ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 411 ਤੇ ਸਤਿਗੁਰੂ ਜੀ ਜਿਸ ਵੇਲੇ ਜੀਵਾਂ ਦੀ ਕਲਿਆਣ ਕਰਦੇ ਹੋਏ ਯੂਪੀ ਦੇ ਉਸ ਇਲਾਕੇ ਵਿੱਚ ਪਹੁੰਚੇ ਜਿਸ ਨੂੰ ਅੱਜ ਕੱਲ੍ਹ ਨਾਨਕ ਮਤਾ ਕਹਿੰਦੇ ਹਨ, ਜਿਸ ਦਾ ਪਹਿਲਾ ਨਾਮ ਗੁਰਖ ਮਤਾ ਸੀ। ਜਦੋਂ ਗੁਰੂ ਜੀ ਨਾਲ ਉੱਥੇ ਸਿੱਧਾਂ ਨੇ ਚਰਚਾ ਕੀਤੀ ਤਾਂ ਸਤਿਗੁਰਾਂ ਨੇ ਗੌੜੀ ਰਾਗ ਦੀਆਂ ਅਸ਼ਟਪਦੀਆਂ ਉਚਾਰ ਕੇ ਇਹਨਾਂ ਨੂੰ ਨਿਰੁੱਤਰ ਕੀਤਾ। ਤਦ ਉੱਥੋਂ ਦੇ ਲੋਕਾਂ ਨੇ ਇਸ ਦਾ ਨਾਮ ਨਾਨਕ ਮਤਾ ਰੱਖ ਦਿੱਤਾ। ਸਿੱਧਾਂ ਨੇ ਈਰਖਾ ਕਰਕੇ ਇੱਕ ਬੱਚੇ ਨੂੰ ਸ਼ਕਤੀ ਨਾਲ ਧਰਤੀ ਵਿੱਚ ਦੱਬ ਦਿੱਤਾ ਤੇ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ, ਇਹ ਸਾਡੀ ਧਰਤੀ ਹੈ, ਭਾਵੇਂ ਇਸ ਨੂੰ ਬੁਲਵਾ ਕੇ ਦੇਖ ਲਓ। ਤਦ ਸਿੱਧਾਂ ਨੇ ਆਵਾਜ਼ ਦੇ ਕੇ ਕਿਹਾ ਕਿ ਹੇ ਧਰਤੀ, ਤੂੰ ਕਿਸ ਦੀ ਹੈ? ਤਾਂ ਦੱਬੇ ਹੋਏ ਉਸ ਬੱਚੇ ਨੇ 2 ਵਾਰ ਕਿਹਾ, ਮੈਂ ਸਿੱਧਾਂ ਦੀ ਹਾਂ। ਤਾਂ ਮਹਾਰਾਜ ਜੀ ਨੇ ਕਿਹਾ ਕਿ ਅਜੇ ਵੀ ਬੋਲਣ ਜੋਗਾ ਹੈ। ਤਾਂ ਉਹ ਲੜਕਾ ਮਰ ਗਿਆ। ਉਸ ਮਰੇ ਹੋਏ ਲੜਕੇ ਨੂੰ ਬਾਹਰ ਕੱਢਿਆ ਤੇ ਸਿੱਧਾਂ ਨੇ ਬਹੁਤ ਪਛਤਾਵਾ ਕੀਤਾ। ਤਦ ਸਤਿਗੁਰਾਂ ਨੇ ਖੜਾਮ ਲਾ ਕੇ ਉਸ ਨੂੰ ਜਿੰਦਾ ਕੀਤਾ ਅਤੇ ਧਰਤੀ ਵਿੱਚੋਂ ਪ੍ਰਤੱਖ ਆਵਾਜ਼ ਆਈ, ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਇਸ ਕਰਕੇ ਉਸ ਦਾ ਨਾਮ ਨਾਨਕ ਮਤਾ ਪੈ ਗਿਆ। ਸਿੱਧ ਬੜੇ ਸ਼ਰਮਸ਼ਾਰ ਹੋਏ। ਤਦ ਉਹਨਾਂ ਸਿੱਧਾਂ ਨੇ ਭਰਥਰੀ ਨੂੰ ਆਗੂ ਬਣਾ ਕੇ ਸਤਿਗੁਰਾਂ ਨਾਲ ਚਰਚਾ ਕਰਨ ਲਈ ਕਿਹਾ। ਤਦ ਭਰਥਰੀ ਨੇ ਜੋ ਪ੍ਰਸ਼ਨ ਕੀਤੇ ਉਹਨਾਂ ਦਾ ਉੱਤਰ ਦਿੰਦੇ ਹੋਏ ਸਤਿਗੁਰੂ ਜੀ ਆਸਾ ਰਾਗ ਵਿੱਚ 2 ਅਸ਼ਟਪਦੀਆਂ ਉਚਾਰਨ ਕਰਦੇ ਹਨ। ਮੰਗਲ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਘਰ ਦੂਜਾ, ਦੂਜੇ ਘਰ ਸੁਰਤਾਲ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ। ਸੋ ਪ੍ਰਸ਼ਨ ਸੀ ਕਿ ਭਰਥਰੀ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਆਪ ਜੀ ਦੇ ਹਿਰਦੇ ਦਾ ਗਿਆਨ ਕੀ ਹੈ? ਤਾਂ ਗੁਰੂ ਜੀ ਕਹਿੰਦੇ ਹਨ, ਐਸਾ ਗਿਆਨ ਸੁਨੋ ਅਬ ਮੋਰੇ, ਭਰਪੁਰ ਧਾਰ ਰਿਹਾ ਸਭ ਠੌਰੇ ਰਹਾਉ। ਹੇ ਭਰਥਰੀ, ਸਾਡੇ ਮਨ ਹਿਰਦੇ ਵਿੱਚ ਅਜਿਹਾ ਗਿਆਨ ਹੈ, ਸੁਨੋ ਤੂੰ ਸੁਣਨਾ ਕਰ। ਸਾਡਾ ਪਰਮੇਸ਼ਰ ਸਾਰੀਆਂ ਠੌਰੇ ਥਾਵਾਂ 'ਤੇ ਭਰਪੁਰ ਲਬਾ ਲਬ ਭਰਿਆ ਹੋਇਆ, ਸਭ ਨੂੰ ਆਪ ਦੇ ਆਸਰੇ ਧਾਰ ਕੇ ਧਾਰਨ ਕਰ ਰਿਹਾ। ਫਿਰ ਪ੍ਰਸ਼ਨ ਕਰਦੇ ਹਨ, ਹੇ ਮਹਾਰਾਜ, ਅਸੀਂ ਸਿੱਧ ਜੋਗੀ ਤਾਂ ਪਹਾੜਾਂ ਆਦਿ ਨੂੰ ਲੰਘ ਕੇ ਮਾਨ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਤੁਸੀਂ ਕਿਹੜਾ ਇਸ਼ਨਾਨ ਕਰਦੇ ਹੋ? ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ, ਉੱਤਰ ਅਵਘਟ ਸਰਵਰ ਨਹਾਵੈ, ਬਕੈ ਨ ਬੋਲੇ ਹਰ ਗੁਣ ਗਾਵੈ। ਹੇ ਭਰਥਰੀ, ਜੋ ਤੁਸੀਂ ਸਿੱਧ ਲੋਕ ਅਵਘਟ ਹੁੰਦਾ ਔਖੀਆਂ ਘਾਟੀਆਂ ਉੱਤਰ ਭਾਵ ਲੰਘ ਕੇ ਮਾਨ ਸਰੋਵਰ ਵਿੱਚ ਨਹਾਵੈ ਕੇ ਨਹਾਉਣ ਲਈ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਬਕੈ ਬਕਵਾਦ ਨਹੀਂ ਬੋਲਦੇ, ਕਿਉਂਕਿ ਬੋਲਣ ਕਰਕੇ ਪਹਾੜੀਆਂ ਦੀ ਬਰਫ਼ ਡਿੱਗਣ ਦਾ ਡਰ ਰਹਿੰਦਾ ਹੈ। ਇਸ ਕਰਕੇ ਹਰੀ ਪਰਮੇਸ਼ਰ ਦੇ ਗੁਣਾਂ ਤਾਈਂ ਹੀ ਗਾਉਣਾ ਕਰੇ। ਇਹ ਵੀ ਹੀ ਸਾਰੇ ਇਸ਼ਨਾਨ ਹਨ। ਸੋ ਸਤਿਗੁਰੂ ਕਿਰਪਾ ਕਰਕੇ ਅੱਗੇ ਸਿੱਧਾਂ ਤਾਈਂ ਪਾਵਨ ਉਪਦੇਸ਼ ਬਖਸ਼ਦੇ ਹਨ। ਜਲ ਆਕਾਸੀ ਸੁਨ ਸਮਾਵੈ, ਜੋ ਜਲ ਪਾਣੀ ਅਤੇ ਆਕਾਸੀ ਆਕਾਸ਼ ਆਦਿ ਘਟ ਘਟ ਵਿੱਚ ਸੁਨ ਅਫੁਰ ਰੂਪ ਪਰਮਾਤਮਾ ਵਿਆਪਕ ਹੈ, ਉਸ ਦੇ ਵਿੱਚ ਸਮਾਵੈ ਸਮਾਉਣਾ ਕਰੇ। ਰਸ ਸਤ ਝੋਲ ਮਹਾਰਸ ਪਾਵੈ। ਹੇ ਭਰਥਰੀ, ਤੁਸੀਂ ਸਿੱਧ ਲੋਕ ਸੱਤਾਂ ਸਮੁੰਦਰਾਂ ਦੇ ਰਸ ਪਾਣੀ ਨੂੰ ਝੋਲ ਹਟਾ ਕੇ ਮਾਨ ਸਰੋਵਰ ਵਿੱਚੋਂ ਮਹਾਰਸ ਵੱਡੇ ਰਸ ਨੂੰ ਪਾਉਂਦੇ ਹੋ, ਭਾਵ ਪੀਣਾ ਕਰਦੇ ਹੋ। 5 ਗਿਆਨ ਇੰਦਰੇ ਮਨ ਤੇ ਬੁੱਧ ਰੂਪ ਸੱਤਾਂ ਰਸਾਂ ਦੇ ਵਿਸ਼ਿਆਂ ਰੂਪੀ ਬੂਰ ਨੂੰ ਹਟਾ ਕਰਕੇ ਪਰਮੇਸ਼ਰ ਦੇ ਵੱਡੇ ਨਾਮ ਰਸ ਨੂੰ ਪ੍ਰਾਪਤ ਕਰੇ।
महारस पावै। ऐसा ज्ञान सुनो अब मोरे, भरपुर धार रहया सब ठौरे रहाऊ। हे ਭਰਤਰੀ ਅਜਿਹਾ ਸਾਡੇ ਅਬ ਹਿਰਦੇ ਦਾ ਗਿਆਨ ਹੈ, ਤੂੰ ਸੁਣਨਾ ਕਰ। ਭਰਤਰੀ ਨੇ ਬੇਨਤੀ ਕੀਤੀ ਕਿ ਮਹਾਰਾਜ ਫਿਰ ਮੈਂ ਕਿਸ ਵਸਤੂ ਨੂੰ ਧਾਰਨ ਕਰਾਂ। ਤਾਂ ਕਹਿੰਦੇ ਹਨ ਕਿ ਜੋ ਪਰਮੇਸ਼ਰ ਸਾਰੀਆਂ ਠੌਰੇ ਥਾਵਾਂ ਵਿੱਚ ਭਰਪੂਰ ਹੁੰਦਾ, ਲਬਾਲਬ ਵਿਆਪਕ ਹੋ ਰਿਹਾ, ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਫਿਰ ਪ੍ਰਸ਼ਨ ਕਰਦਾ, ਪਰੰਤੂ ਮਹਾਰਾਜ ਅਸੀਂ ਜੋਗੀ ਤਾਂ ਵਰਤ ਨੇਮ ਆਦਿ ਰੱਖਦੇ ਹਾਂ, ਤਦ ਅਸੀਂ ਦੁਖੀ ਨਹੀਂ ਹੁੰਦੇ। ਆਪ ਕਿਹੜਾ ਵਰਤ ਨੇਮ ਰੱਖਦੇ ਹੋ? ਤਾਂ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ, ਸੱਚ ਬ੍ਰਤ ਨੇਮ ਨ ਕਾਲ ਸੰਤਾਵੈ, ਸਤਿਗੁਰ ਸ਼ਬਦ ਕਰੋਧ ਜਲਾਵੈ। ਹੇ ਭਰਤਰੀ, ਅਸੀਂ ਤਾਂ ਸੱਚ ਬੋਲਣ ਨੂੰ ਹੀ ਵਰਤ ਨੇਮ ਆਦਿ ਸਾਧਨ ਮੰਨਿਆ ਹੋਇਆ। ਜੋ ਵੀ ਸੱਚ ਬੋਲਣ ਰੂਪ ਵਰਤ ਨੇਮ ਆਦਿ ਰੱਖਦੇ ਹਨ, ਉਹਨਾਂ ਨੂੰ ਫਿਰ ਕਾਲ ਨਹੀਂ ਸਤਾਉਂਦਾ। ਫਿਰ ਬਹੁਤੇ ਜੋਗੀ ਯਮ ਨੇਮ ਆਦਿ ਸਾਧਨ ਕਰਕੇ ਹੰਕਾਰ ਦੇ ਸਹਿਤ ਹੋ ਜਾਂਦੇ ਹਨ, ਤੇ ਜਿਹੜਾ ਆਗਿਆ ਨਾ ਮੰਨੇ ਉਸ ਨੂੰ ਕ੍ਰੋਧ ਕਰਕੇ ਸਰਾਪ ਦੇ ਦਿੰਦੇ ਆ। ਉਸ ਕ੍ਰੋਧ ਗੁੱਸੇ ਨੂੰ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜਲਾਵੇ, ਸਾੜਨਾ ਕਰੇ। ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ। ਜਿਸ ਪਰਮੇਸ਼ਰ ਦਾ ਆਕਾਸ਼ ਆਦਿ ਤੱਤਾਂ ਵਿੱਚ ਨਿਵਾਸ ਵਾਸਾ ਹੈ, ਗਗਨ ਦਸਵੇਂ ਦੁਆਰ ਜਾਂ ਹਿਰਦੇ ਵਿੱਚ ਜਿਸ ਚਿਦਾਕਾਸ਼ ਰੂਪ ਪ੍ਰਭੂ ਦਾ ਵਾਸਾ ਹੈ, ਉਸ ਦੇ ਸਰੂਪ ਵਿੱਚ ਬਿਰਤੀ ਨੂੰ ਜੋੜਨ ਰੂਪ ਸਮਾਧ ਕਹੀਏ, ਸਮਾਧੀ ਲਾਉਣਾ ਕਰੇ। ਗਗਨ ਚਿਦਾਕਾਸ਼ ਰੂਪ ਪ੍ਰਭੂ ਵਿੱਚ ਨਿਵਾਸ ਕਹੀਏ, ਨੇ ਪਲਸ ਵਾਸ ਵਾਸ਼ਨਾ ਤੋਂ ਰਹਿਤ ਹੋ ਕੇ ਸਮਾਧੀ ਲਾਵੇ, ਤਦ ਚਿਦਾਕਾਸ਼ ਵਿੱਚ ਵਸਣਾ ਪਾਈਦਾ ਹੈ। ਅਰ ਪਾਰਸ ਰੂਪ ਗੁਰੂ ਸਾਹਿਬ ਜੀ ਦੇ ਪਰਸ ਸਪਰਸ਼ ਭਾਵ ਮਿਲਣ ਕਰਕੇ ਪਰਮ ਪਦ ਵੱਡੀ ਪਦਵੀ ਕੇਵਲ ਮੋਖ ਪ੍ਰਾਪਤ ਕਰ ਲਈਦੀ ਹੈ। ਸੱਚ ਮਨ ਕਾਰਣ ਤਤ ਬਿਲੋਵੈ, ਸੁਪਰ ਸਰਵਰ ਮੈਲ ਨ ਧੋਵੈ। ਸੋ ਇਸ ਦਾ ਪਾਠ ਜੋ ਹੈ ਉਹ ਅਲੱਗ-ਅਲੱਗ ਹੈ। ਮੈਲਨ ਨਹੀਂ ਕਰਨਾ, ਮੈਲ ਨ ਧੋਵੈ। ਜੋ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਹਿਰਦੇ ਵਿੱਚ ਤਤ ਅਸਲ ਵਸਤੂ ਦੇ ਮਿਥਿਆ ਦਾ ਵਿਵੇਚਨ ਰੂਪ ਬਿਲੋਵੈ ਰਿੜਕਣਾ ਕਰੇ। ਸੱਚੇ ਪ੍ਰਭੂ ਦੇ ਮੰਨਣ ਕਰਨ ਵਾਸਤੇ ਕਿ ਉਹ ਅੰਦਰੋਂ ਹੀ ਪ੍ਰਾਪਤ ਹੋ ਜਾਵੇ, ਤਾਂ ਨਿਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਵਿਵੇਕ ਰੂਪ ਮਧਾਣੀ ਪਾ ਕੇ ਰਿੜਕਣਾ ਕਰੇ। ਤਦ ਆਤਮਾ ਆਨੰਦ ਰੂਪੀ ਮੱਖਣ ਨੂੰ ਬਿਲੋਵੈ ਕਹੀਏ ਦੇਖ ਲਵੋਗੇ। ਸੁਭਰ ਸਰਵਰ ਮੈਲ ਨ ਧੋਵੈ। ਸਤਿਗੁਰੂ ਕਿਰਪਾ ਕਰਦੇ ਆ। ਸੋ ਇਸ ਦਾ ਜੋ ਮੁੱਖ ਪਾਠ ਮੈਲਨ ਇਕੱਠਾ ਹੈ, ਕਈ ਦਾਨੇ ਮੈਲ ਨ ਅਲੱਗ-ਅਲੱਗ ਪਾਠ ਕਰਦੇ ਹਨ। ਉਸ ਦਾ ਅਰਥ ਇਸ ਪ੍ਰਕਾਰ ਕਰਨਾ, ਜੋ ਅੰਤਿਸ਼ਕਰਨ ਰੂਪੀ ਸਰੋਵਰ ਆਤਮਾ ਆਨੰਦ ਰੂਪੀ ਜਲ ਨਾਲ ਲਬਾਲਬ ਭਰਿਆ ਹੋਇਆ ਹੈ, ਉਸ ਵਿੱਚ ਇਸ਼ਨਾਨ ਕਰਕੇ ਆਪਣੀ ਮੈਲ ਕਿਉਂ ਨਹੀਂ ਧੋਂਦਾ। ਜੈਸਿਉ ਰਾਤਾ ਤੈਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ। ਫਿਰ ਜੈ ਜਿਸ ਸਰੂਪ ਦੇ ਸਿਉ ਹੁੰਦਾ ਸਾਥ ਜੀਵ ਰੰਗਿਆ ਹੋਵੇ, ਉਹ ਜਿਹਾ ਹੀ ਹੋ ਜਾਂਦਾ। ਅਰਥਾਤ ਜੇਕਰ ਸਰਗੁਣ ਸਰੂਪ ਕਰਕੇ ਸਮਝੇ ਤਾਂ ਸਰਗੁਣ ਦਾ ਸਰੂਪ ਹੀ ਹੋ ਜਾਂਦਾ ਹੈ, ਅਤੇ ਜੇਕਰ ਨਿਰਗੁਣ ਸਰੂਪ ਕਰਕੇ ਸਮਝੇ ਭਾਵ ਜਪੇ ਤਾਂ ਨਿਰਗੁਣ ਸਰੂਪ ਹੀ ਹੋ ਜਾਂਦਾ। ਜਿਸ ਤਰ੍ਹਾਂ ਦੀ ਇੱਛਾ ਕਰਕੇ ਸੇਵਨ ਕਰੇ, ਉਹੋ ਜਿਹਾ ਸਰੂਪ ਹੀ ਹੋ ਜਾਂਦਾ। ਜੇ ਸਤ ਚਿੱਤ ਆਨੰਦ ਦਾ ਬੋਧ ਹੋ ਗਿਆ ਤਾਂ ਵੈਸਾ ਹੀ ਸਤ ਚਿੱਤ ਆਨੰਦ ਰੂਪ ਦਾ ਫਲ ਪ੍ਰਾਪਤ ਹੋਵੇਗਾ। ਹੇ ਜੋਗੀ, ਇਹ ਨਿਸ਼ਚੇ ਕਰਕੇ ਉਹ ਕਰਤਾ ਪੁਰਖ ਪਰਮੇਸ਼ਰ ਆਪ ਹੀ ਜੋ ਕੁਝ ਕਰਦਾ ਹੈ, ਉਹ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ। ਪ੍ਰਸ਼ਨ ਕਰਦਾ ਫਿਰ ਭਰਤਰੀ, ਹੇ ਮਹਾਰਾਜ, ਸਾਡੇ ਜੋਗ ਮਤ ਵਿੱਚ ਅਸੀਂ ਸੂਰਜ ਦੀ ਸੱਜੀ ਸੁਰ ਪਿੰਗਲਾ ਦੁਆਰਾ ਪ੍ਰਾਣ ਚੜਾਉਂਦੇ ਹਾਂ। ਜੇਕਰ ਅੰਦਰ ਗਰਮੀ ਵੱਧ ਜਾਵੇ ਤਾਂ ਫਿਰ ਚੰਦਰਮਾ ਦੀ ਖੱਬੀ ਸੁਰ ਦੁਆਰਾ ਠੰਡ ਪ੍ਰਾਪਤ ਕਰਦੇ ਹਾਂ। ਆਪ ਜੀ ਦੇ ਸਹਿਜ ਜੋਗ ਵਿੱਚ ਠੰਡੀ ਸੁਰ ਕਿਹੜੀ ਹੈ? ਤਾਂ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰ ਹੇਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ। ਹੇ ਜੋਗੀ, ਗੁਰ ਚੇਤਨ ਸਰੂਪ ਗੁਰੂ ਸਾਹਿਬ ਜੀ ਹੇਵ ਬਰਫ ਦੀ ਨਿਆਈ, ਸੀਤਲ ਠੰਡੇ ਹਨ।
ਜੋ ਤਮੋ ਗੁਣ ਅਗਿਆਨ ਰੂਪੀ ਸੂਰਜ ਦੀ ਤ੍ਰਿਸ਼ਨਾ ਰੂਪੀ ਅਗਨੀ ਨੂੰ ਬੁਝਾਵੇ ਕਹੀਏ ਬੁਝਾ ਕੇ ਸ਼ਾਂਤੀ ਬਖਸ਼ ਦਿੰਦੇ ਹਨ। ਜੋ ਸੋ ਰਤ ਕਹੀਏ ਸੋ ਸ੍ਰੇਸ਼ਟ ਰਤ ਪ੍ਰੀਤੀ ਨਾਲ ਸੇਵਾ ਟਹਿਲ ਕਰਨੀ ਹੈ। ਇਹੋ ਹੀ ਵਿਭੂਤ ਸੁਆਹ ਚੜਾਵੇ ਚੜਾਉਣੀ ਕਰੇ। ਜੋ ਪਰਮੇਸ਼ਰ ਦੀ ਸੇਵਾ ਦੀ ਸੁਰਤ ਗਿਆਤ ਆਉਣੀ ਹੈ, ਇਸ ਵਿਭੂਤੀ ਨੂੰ ਚੜ੍ਹ ਨਾ ਕਰੇ। ਫਿਰ ਉਹ ਪ੍ਰਸ਼ਨ ਕਰਦਾ ਹੈ, ਮਹਾਰਾਜ ਸਾਡੇ 12 ਭੇਖ ਹਨ ਅਤੇ ਜਦੋਂ ਸਾਡਾ ਭੰਡਾਰਾ ਤਿਆਰ ਹੁੰਦਾ ਹੈ ਅਸੀਂ ਨਾਦ ਵਜਾਉਂਦੇ ਹਾਂ। ਤੁਹਾਡਾ ਭੇਖ ਕੀ ਹੈ? ਤੁਹਾਡੇ ਮਤ ਵਿੱਚ ਨਾਦ ਕੀ ਹੈ? ਤਾਂ ਗੁਰੂ ਜੀ ਫਰਮਾਉਂਦੇ ਹਨ, ਦਰਸ਼ਨ ਆਪ ਸਹਿਜ ਘਰ ਆਵੈ, ਨਿਰਮਲ ਬਾਣੀ ਨਾਦ ਵਜਾਵੈ। ਹੇ ਭਰਤਰੀ, ਸਾਡੇ ਮਤ ਅਨੁਸਾਰ ਜੋ ਸ਼ਾਂਤੀ ਨਾਲ ਆਪ ਆਪਣੇ ਘਰ ਵਿੱਚ ਭਾਵ ਅੰਤਰਮੁਖ ਬਿਰਤੀ ਵਿੱਚ ਆਉਣਾ ਹੈ, ਇਹੋ ਹੀ ਸਾਡਾ ਦਰਸ਼ਨ ਭੇਖ ਮਤ ਹੈ। ਜੋ ਬਿਰਤੀ ਨੂੰ ਸਹਿਜ ਸਰੂਪ ਵਿੱਚ ਲਿਆ ਕੇ ਆਪਣਾ ਸਰੂਪ ਦੇਖਣਾ ਹੈ, ਇਹੋ ਹੀ ਦਰਸ਼ਨ ਕਰਨਾ ਹੈ। ਜੋ ਮਨ ਨੂੰ ਪਾਪਾਂ ਦੀ ਮੈਲ ਤੋਂ ਰਹਿਤ ਉਜਲ ਕਰਨ ਵਾਲੀ ਧੁਰ ਕੀ ਬਾਣੀ ਦਾ ਉਚਾਰਨ ਕਰਨਾ ਹੈ, ਇਹੋ ਹੀ ਨਾਦ ਵਜਾਵੇ ਕੀਏ ਵਜਾਉਣਾ ਹੈ। ਫਿਰ ਉਹ ਪ੍ਰਸ਼ਨ ਕਰਦਾ ਹੈ, ਮਹਾਰਾਜ ਅਸੀਂ ਜੋਗੀ ਲੋਕ ਤਾਂ ਸ਼ਰਾਬ ਪੀ ਕੇ ਮਸਤ ਹੋਏ ਰਹਿੰਦੇ, ਤੁਸੀਂ ਦੱਸੋ ਫਿਰ ਸ਼ਰਾਬ ਕਿਹੜੀ ਪੀਣੀ ਚਾਹੀਦੀ? ਔਰ ਅਸੀਂ ਤੀਰਥਾਂ ਆਦਿ 'ਤੇ ਇਸ਼ਨਾਨ ਕਰਨ ਜਾਂਦੇ ਹਾਂ, ਤੁਹਾਡੇ ਮਤ ਅਨੁਸਾਰ ਤੀਰਥਾਂ ਦਾ ਇਸ਼ਨਾਨ ਕਿਹੜਾ ਹੈ? ਤਾਂ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਨ ਗੁਰ ਵਿਚਾਰਾ। ਹੇ ਭਰਤਰੀ, ਜੋ ਅੰਦਰ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੈ, ਇਹੋ ਗਿਆਨ ਰੂਪੀ ਸ਼ਰਾਬ ਪੀ ਕੇ ਸਾਰਾ ਕੀ ਇਹ ਪੂਰਨ ਸ੍ਰੇਸ਼ਟ ਮਹਾਰਸ ਵੱਡੇ ਬ੍ਰਹਮਾਨੰਦ ਵਿੱਚ ਮਸਤ ਰਹਿੰਦੇ ਹਾਂ। ਅਰ ਜੋ ਗੁਰਾਂ ਦੇ ਸ਼ਬਦ ਦੀ ਹਿਰਦੇ ਵਿੱਚ ਵਿਚਾਰ ਕਰਨੀ ਹੈ, ਇਹੋ ਹੀ ਤੀਰਥਾਂ ਦਾ ਇਸ਼ਨਾਨ ਹੈ। ਫਿਰ ਉਹ ਪ੍ਰਸ਼ਨ ਕਰਦਾ ਹੈ, ਮਹਾਰਾਜ ਅਸੀਂ ਤਾਂ ਸ਼ਿਵ ਪਾਰਬਤੀ ਦੀ ਪੂਜਾ ਕਰਦੇ ਹਾਂ ਤੇ ਉਹ ਸਾਨੂੰ ਆਪਣੇ ਵਿੱਚ ਮੇਲ ਲੈਂਦੇ, ਤੁਸੀਂ ਕਿਹੜੀ ਪੂਜਾ ਕਰਦੇ ਹੋ? ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਹੇ ਜੋਗੀ, ਜੋ ਹਿਰਦੇ ਰੂਪੀ ਸਥਾਨ ਦੇ ਅੰਦਰ ਮੁਰਾਰੀ ਪਰਮੇਸ਼ਰ ਨੂੰ ਜਾਣਨਾ ਹੈ, ਇਹੋ ਹੀ ਪੂਜਾ ਹੈ। ਮੁਰਾਰੀ ਪ੍ਰਭੂ ਦੇ ਸਾਧ ਸੰਗਤ ਰੂਪੀ ਅਸਥਾਨ 'ਤੇ ਪੁੱਜ ਕੇ ਜੋ ਅੰਤਰਮੁਖ ਬਿਰਤੀ ਕਰਨੀ ਹੈ, ਇਹੋ ਹੀ ਪੂਜਾ ਹੈ। ਜੋਤੀ ਅਦਵੈਤ ਆਨੰਦ ਰੂਪ ਪਰਮੇਸ਼ਰ ਜੀਵਾਂ ਦੀ ਪ੍ਰਤੱਖ ਜੋਤ ਨੂੰ ਆਪ ਦੇ ਵਿੱਚੋਂ ਮਿਲਾਵਣ ਹਾਰਾ ਮਿਲਾਉਣ ਵਾਲਾ ਹੈ। ਜੋਤੀ ਜੋਤ ਪ੍ਰਕਾਸ਼ ਦਾ ਪ੍ਰਕਾਸ਼ਕ ਪਰਮੇਸ਼ਰ ਆਪ ਮਿਲਾਉਣ ਵਾਲਾ ਹੈ। ਫਿਰ ਪ੍ਰਸ਼ਨ ਕਰਦਾ ਹੈ, ਮਹਾਰਾਜ ਸਾਨੂੰ ਜੋਗੀਆਂ ਨੂੰ ਤਾਂ ਅਨਹਦ ਵਾਜੇ ਸੁਣ ਕੇ ਆਨੰਦ ਪ੍ਰਾਪਤ ਹੁੰਦਾ, ਤੁਹਾਡੇ ਅਨੁਸਾਰ ਆਨੰਦ ਕਿਸ ਨੂੰ ਪ੍ਰਾਪਤ ਹੁੰਦਾ? ਤਾਂ ਗੁਰੂ ਜੀ ਫਰਮਾਉਂਦੇ ਹਨ, ਰਸ ਰਸਿਆ ਮਤ ਏਕੈ ਭਾਏ, ਤਖਤ ਨਿਵਾਸੀ ਪੰਚ ਸਮਾਏ। ਹੇ ਜੋਗੀ, ਜੋ ਸਾਰਿਆਂ ਵਿੱਚ ਰਸ ਆਨੰਦ ਸਰੂਪ ਪਰਮੇਸ਼ਰ ਹੈ, ਜਿਸ ਦਾ ਮਨ ਮਤ ਬੁੱਧੀ ਕਰਕੇ ਉਸ ਵਿੱਚ ਰਸ ਸਹਿਤ ਹੋਇਆ ਹੈ, ਉਸ ਨੂੰ ਇੱਕ ਦਾ ਭਾਏ ਪ੍ਰਕਾਸ਼ ਹੁੰਦਾ ਹੈ। ਜਿਨ੍ਹਾਂ ਦੀ ਬੁੱਧ ਇੱਕ ਪਰਮੇਸ਼ਰ ਦੇ ਭਾਏ ਪ੍ਰੇਮ ਵਿੱਚ ਰੰਗੀ ਹੋਈ ਆ, ਉਹ ਆਨੰਦ ਦੇ ਵਿੱਚ ਤਦਾਕਾਰ ਰਹਿੰਦੇ ਹਨ। ਉਹਨਾਂ ਦੇ 5 ਕਾਮ ਆਦਿਕ ਵਿਕਾਰ ਸਮਾਏ ਨਾਸ਼ ਹੋ ਗਏ ਹਨ। ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨ ਲਖਿਆ ਜਾਏ। ਖਸਮ ਅਕਾਲ ਪੁਰਖ ਦੀ ਰਜਾਏ ਆਗਿਆ ਵਿੱਚ ਚੱਲ ਕੇ ਭਗਤੀ ਰੂਪੀ ਕਾਰ ਨੂੰ ਹੀ ਕਮਾਉਣਾ ਕਰੇ। ਜੋ ਅਵਗਤ ਗਿਆਤ ਪੂਰਵਕ ਸਾਰਿਆਂ ਦਾ ਨਾਥ ਸੁਆਮੀ ਹੈ, ਜੋ ਅਵਗਤ ਨਾਸ਼ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਉਹ ਗੁਰਾਂ ਤੋਂ ਬਿਨਾਂ ਲਖਿਆ ਜਾਣਿਆ ਨਹੀਂ ਜਾਂਦਾ। ਜਲ ਮਹਿ ਉਪਜੈ ਜਲ ਤੇ ਦੂਰ, ਜਲ ਮਹਿ ਜੋਤ ਰਹਿਆ ਭਰਪੂਰ। ਕਿਸ ਨੇੜੇ ਕਿਸ ਆਖਾਂ ਦੂਰ। ਜੋ ਜਲ ਪਾਣੀ ਦੇ ਮਹਿ ਵਿੱਚ ਸੂਰਜ ਦਾ ਪ੍ਰਤੀਬਿੰਬ ਉਪਜੈ ਪੈਦਾ ਹੁੰਦਾ, ਪਰੰਤੂ ਸੂਰਜ ਆਕਾਸ਼ ਵਿੱਚ ਜਲ ਪਾਣੀ ਤੋਂ ਕਹੀਏ ਬਹੁਤ ਹੀ ਦੂਰੀ 'ਤੇ ਹੁੰਦਾ। ਜਲ ਪਾਣੀ ਮਹਿ ਵਿੱਚ ਸੂਰਜ ਦੀ ਜੋਤ ਦਾ ਪ੍ਰਤੀਬਿੰਬ ਹੁੰਦਾ ਤੇ ਸੂਰਜ ਜਲ ਆਦਿਕਾਂ ਵਿੱਚ ਭਰਪੂਰ ਵਿਆਪਕ ਹੋ ਰਿਹਾ। ਫਿਰ ਹੁਣ ਸੂਰਜ ਨੂੰ ਕਿਸ ਦੇ ਨਿਕਟ ਆਖੀਏ ਤੇ ਕਿਸ ਤੋਂ ਦੂਰ ਆਖਣਾ ਕਰੀਏ, ਕਿਉਂਕਿ ਸੂਰਜ ਪ੍ਰਤੀਬਿੰਬ ਕਰਕੇ ਤਾਂ ਨੇੜੇ ਹੈ, ਅਰ ਆਕਾਸ਼ ਵਿੱਚ ਹੋਣ ਕਰਕੇ ਬਹੁਤ ਦੂਰ ਹੈ।
ਇਉਂ ਨਾ ਨੇੜੇ ਕਿਹਾ ਜਾਂਦਾ ਅਤੇ ਨਾ ਦੂਰ ਕਿਹਾ ਜਾਂਦਾ। ਇਸੇ ਪ੍ਰਕਾਰ ਅੰਤਸ਼ਕਰਨ ਰੂਪੀ ਜਲ ਵਿੱਚ ਚੇਤਨ ਰੂਪੀ ਸੂਰਜ ਦਾ ਪ੍ਰਤੀਬਿੰਬ ਪੈਦਾ ਹੁੰਦਾ, ਪਰੰਤੂ ਉਹ ਚਿਦਾਕਾਸ਼ ਚੇਤਨ ਪ੍ਰਭੂ ਅੰਤਸ਼ਕਰਨ ਦੇ ਸੁਭਾਵਾਂ ਤੋਂ ਦੂਰ ਹੈ। ਜਲ ਆਦਿਕ ਪੰਜਾਂ ਤੱਤਾਂ ਦੀ ਸਤਿਓਮਈ ਅੰਸ਼ ਤੋਂ ਅੰਤਸ਼ਕਰਨ ਬਣਿਆ ਹੈ। ਇਹਦੇ ਵਿੱਚ ਹੀ ਪ੍ਰਭੂ ਦੀ ਜੋਤ ਭਰਪੂਰ ਹੋ ਰਹੀ। ਫਿਰ ਦੱਸੋ ਕਿ ਪਰਮੇਸ਼ਰ ਕਿਸ ਦੇ ਨੇੜੇ ਤੇ ਕਿਸ ਦੇ ਦੂਰ ਆਖੀਏ, ਕਿਉਂਕਿ ਉਸ ਚੇਤਨ ਦਾ ਆਭਾਸ ਤਾਂ ਸਾਰਿਆਂ ਦੇ ਅੰਤਹਿਕਰਣਾਂ ਵਿੱਚ ਪੈ ਰਿਹਾ ਹੈ। ਨਿੱਧ ਗੁਣ ਗਾਵਾ ਦੇਖ ਹਦੂਰ। ਹੇ ਜੋਗੀ, ਉਸ ਗੁਣਾਂ ਦੇ ਨਿੱਧ ਸਮੁੰਦਰ ਨੂੰ ਅਸੀਂ ਹਰ ਸਮੇਂ ਹੀ ਹਦੂਰ ਨੇੜੇ ਦੇਖ ਕੇ ਗਾਵਾ ਗਾਉਂਦੇ ਹਾਂ। ਅੰਤਰ ਬਾਹਰ ਅਵਰ ਨ ਹੋਏ, ਅੰਤਰ ਬਾਹਰ ਅਵਰ ਨ ਕੋਇ, ਜੋ ਤਿਸ ਭਾਵੈ ਸੋ ਫੁਨ ਹੋਏ। ਹੇ ਭਰਤਰੀ, ਤੂੰ ਨਿਸ਼ਚੇ ਕਰਕੇ ਸਰੀਰ ਦੇ ਅੰਦਰ ਅਤੇ ਬਾਹਰ ਸੰਸਾਰ ਵਿੱਚ ਉਸ ਪ੍ਰਭੂ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਹੈ। ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਫਿਰ ਉਹ ਹੀ ਹੁੰਦਾ ਹੈ। ਸੁਣ ਭਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਰਥਰ ਭਰਥਰੀ ਜੋਗੀ, ਤੂੰ ਸੁਣਨਾ ਕਰ। ਅਸੀਂ ਤੇਰੇ ਤਾਈਂ ਇਹ ਵਿਚਾਰ ਕਰ ਕਥਨ ਕਰਕੇ ਦੱਸਦੇ ਹਾਂ। ਸਾਡਾ ਤਾਂ ਪਰਮੇਸ਼ਰ ਦਾ ਨਿਰਮਲ ਉਜਲ ਨਾਮ ਹੀ ਆਧਾਰ ਆਸਰਾ ਹੈ। ਤੂੰ ਵੀ ਉਸੇ ਦਾ ਆਸਰਾ ਲੈਣਾ ਕਰ। ਸੋ ਆਪ ਜੀ ਦੀ ਜਾਣਕਾਰੀ ਦੇ ਵਾਧੇ ਵਾਸਤੇ ਆਪ ਜੀ ਨਾਲ ਇੱਕ ਗੱਲ ਜ਼ਰੂਰ ਇੱਥੇ ਸਾਂਝੀ ਕਰਦੇ ਹਾਂ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮੁਕਤਸਰ ਸਾਹਿਬ ਵਿਖੇ ਮੋਰਚੇ ਦੇ ਸਮੇਂ 28 ਦਿਨ ਇਸੇ ਇੱਕ ਅਸ਼ਟਪਦੀ ਦੀ ਹੀ ਕਥਾ ਕੀਤੀ ਸੀ। ਆਸਾ ਮਹੱਲਾ ਪਹਿਲਾ। ਅੱਗੇ ਪ੍ਰਸ਼ਨ ਕਰਦਾ ਹੈ, ਹੇ ਮਹਾਰਾਜ, ਆਪ ਜੀ ਨੇ ਕੇਵਲ ਨਾਮ ਦਾ ਹੀ ਆਸਰਾ ਮੰਨਿਆ ਹੈ, ਕੀ ਤੁਹਾਨੂੰ ਜਪ ਤਪ ਆਦਿ ਦੀ ਕੋਈ ਲੋੜ ਨਹੀਂ ਹੈ? ਤਾਂ ਗੁਰੂ ਜੀ ਫਰਮਾਉਂਦੇ ਹਨ, ਸਭ ਜਪ ਸਭ ਤਪ ਸਭ ਚਤੁਰਾਈ, ਊਜੜ ਭਰਮੈ ਰਾਹੇ ਨ ਪਾਈ। ਜੋ ਸਾਰੇ ਰਾਜਸੀ ਤਾਮਸੀ ਸਾਂਤਕੀ ਜਪ, ਸਾਰੇ ਤਪ ਅਤੇ ਬੁੱਧੀ ਸ਼ਾਸਤਰਾਂ ਆਦਿ ਦੀ ਸਾਰੀ ਚਤੁਰਾਈ ਸਿਆਣਪ ਹੈ, ਇਹਨਾਂ ਵਿੱਚ ਲੱਗਣ ਕਰਕੇ ਲੋਕ ਸੰਸਾਰ ਰੂਪੀ ਉਜਾੜ ਵਿੱਚ ਹੀ ਭਰਮੈ ਕਹੀਏ ਭਰਮਦੇ ਰਹਿੰਦੇ ਹਨ, ਪਰੰਤੂ ਸਰੂਪ ਦੀ ਸਾਖਿਆਤਤਾ ਜਾਂ ਗਿਆਨ ਰੂਪੀ ਰਾਹੇ ਰਸਤੇ ਨੂੰ ਨਹੀਂ ਪਾਉਂਦੇ। ਬਿਨ ਬੂਝੇ ਕੋ ਥਾਇ ਨ ਪਾਈ, ਨਾਮ ਬਿਹੂਣੈ ਮਾਥੇ ਛਾਈ। ਸਤਿਗੁਰਾਂ ਕੋਲੋਂ ਨਾਮ ਬੁੱਝੇ ਪੁੱਛੇ ਤੋਂ ਬਗੈਰ ਕੋਈ ਵੀ ਸਰੂਪ ਰੂਪੀ ਥਾਂ ਨੂੰ ਨਹੀਂ ਪਾ ਸਕਦਾ। ਨਾਮ ਤੋਂ ਬਿਹੂਣੈ ਬਗੈਰ ਉਹਨਾਂ ਦੇ ਮੱਥੇ ਉੱਪਰ ਲਾਹਨਤਾਂ ਰੂਪੀ ਛਾਈ ਸੁਆਹ ਹੀ ਪੈਂਦੀ ਆ। ਸਾਜ ਧਣੀ ਜਗ ਆਏ ਬਿਨਾਸਾ, ਛੂਟ ਸਪਰਾਣੀ ਗੁਰਮੁਖ ਦਾਸਾ ਰਹਾਉ। ਇੱਕ ਸੱਚਾ ਧਣੀ ਮਾਲਕ ਪਰਮੇਸ਼ਰ ਹੀ ਸਦਾ ਰਹਿਣ ਵਾਲਾ ਹੈ, ਬਾਕੀ ਤਾਂ ਸਾਰਾ ਜਗ ਸੰਸਾਰ ਆ ਕੇ ਬਿਨਾਸਾ ਨਾਸ਼ ਹੋ ਜਾਣ ਵਾਲਾ ਹੈ। ਜਗਤ ਵਿੱਚ ਜੋ ਜੀਵ ਜਾਂ ਪਦਾਰਥ ਆਏ ਹਨ, ਉਹਨਾਂ ਦੀ ਬਿਨਾਸਾ ਤੋਂ ਭਾਵ ਬਿਨ ਆਸਾ ਤੋਂ ਬਿਨਾਂ ਹੋਣਾ ਕਰੇ, ਅਤੇ ਜੋ ਸੱਚਾ ਮਾਲਕ ਪ੍ਰਭੂ ਹੈ ਉਸ ਵਿੱਚ ਚਿੱਤ ਦੀ ਬਿਰਤੀ ਨੂੰ ਜੋੜ ਕੇ ਉਸ ਨੂੰ ਜਾਣਨਾ ਕਰੇ। ਜੇ ਗੁਰਮੁਖ ਮੁਖੀ ਗੁਰਾਂ ਦਾ ਦਾਸਾ ਸੇਵਕ ਬਣੇ ਤਾਂ ਪ੍ਰਾਣੀ ਜੀਵ ਜੰਮਣ ਮਰਨ ਦੇ ਬੰਧਨਾਂ ਤੋਂ ਛੂਟ ਸਕਦਾ ਹੈ। ਰਹਾਉ ਬਿਸਰਾਮ ਦੇ ਕੇ ਕਹਿੰਦੇ ਹਨ, ਜਗ ਮੋਹ ਬਾਧਾ ਬਹੁਤੀ ਆਸਾ, ਗੁਰਮਤੀ ਇਕ ਭਏ ਉਦਾਸਾ। ਜਗਤ ਦੇ ਜੀਵਾਂ ਨੇ ਮੋਹ ਵਿੱਚ ਵੱਜਣਾ ਕੀਤਾ ਹੈ ਅਤੇ ਰਾਤ ਦਿਨ ਜੀਵਾਂ ਨੂੰ ਦੁਨੀਆ ਪਦਾਰਥਾਂ ਦੀ ਬਹੁਤੀ ਬੇਅੰਤ ਆਸਾ ਇੱਛਾ ਲੱਗੀ ਹੋਈ ਆ। ਇੱਕ ਜਿਹੜੇ ਗੁਰਮਤੀ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲੇ ਆ, ਉਹ ਸੰਸਾਰ ਤੋਂ ਉਦਾਸਾ ਉਪਰਾਮ ਹੋ ਗਏ ਹਨ, ਭਾਵ ਪਦਾਰਥਾਂ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਹਨ। ਅੰਤਰ ਨਾਮ ਕਮਲ ਪਰਗਾਸਾ, ਤਿਨ ਕਉ ਨਾਹੀ ਜਮ ਕੀ ਤਰਾਸਾ। ਉਹਨਾਂ ਗੁਰਮੁਖਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਤੇ ਹਿਰਦਾ ਕਮਲ ਕਰਣਾ, ਮੁੱਦਤਾ, ਮੈਤਰੀ, ਅਪੇਖਿਆ ਇਤਿਆਦਿ ਸ਼ੁਭ ਗੁਣਾ ਰੂਪੀ ਪੰਖੜੀਆਂ ਦੇ ਸਹਿਤ ਪਰਗਾਸਾ ਕਹੀਏ ਖਿਡਾਇਆ ਹੈ। ਉਹਨਾਂ ਨੂੰ ਫਿਰ ਜਮਦੂਤਾਂ ਜਾਂ ਜੰਮਣ ਮਰਨ ਵਾਲੇ
ਸੰਸਾਰ ਦੀ ਤਰਾਸਾ ਖੌਫਨਤਾਈ ਨਹੀਂ ਰਹਿੰਦੀ। ਜਗ ਤ੍ਰੈ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਿਸਾਰੀ। ਇਹ ਜਗ ਸੰਸਾਰ ਤ੍ਰੈ ਇਸਤਰੀ ਮਾਇਆ ਦਾ ਜਿੱਤਿਆ ਹੋਇਆ, ਜਿਸ ਕਰਕੇ ਕਾਮਣ ਇਸਤਰੀ ਦੇ ਸਰੀਰ ਨਾਲ ਹਿਤਕਾਰੀ ਕਹੀਏ ਪ੍ਰੇਮ ਕਰਨ ਵਾਲਾ ਹੋ ਰਿਹਾ। ਇਹ ਸੰਸਾਰ ਤ੍ਰਿਐ ਤਿੰਨ ਚੀਜ਼ਾਂ ਅੱਖਾਂ, ਕੰਨ ਤੇ ਮਨ ਦਾ ਜਿੱਤਿਆ ਹੋਇਆ। ਭਾਵ ਅੱਖਾਂ ਰੂਪ ਦੇਖਣ ਵਿੱਚ ਲੱਗੀਆਂ, ਕੰਨ ਵਿਸ਼ਿਆਂ ਆਦੀਆਂ ਗੱਲਾਂ ਸੁਣਨ ਵਿੱਚ ਲੱਗੇ ਤੇ ਮਨ ਮਾਇਆ ਦੇ ਮੋਹ ਵਿੱਚ ਲੱਗਾ ਹੋਇਆ। ਤਿੰਨਾਂ ਗੁਣਾ ਰਾਜਸੀ ਤਾਮਸੀ ਸਾਂਤਕੀ ਦਾ ਜਿੱਤਿਆ ਹੋਇਆ। ਇਸ ਕਰਕੇ ਵਿਸ਼ਿਆਂ ਦੇ ਵਾਸਤੇ ਇਸਤਰੀਆਂ ਨਾਲ ਪ੍ਰੇਮ ਕਰਨ ਵਾਲਾ ਹੋ ਰਿਹਾ ਅਤੇ ਪੁੱਤਰਾਂ ਤੇ ਕਲੱਤਰ ਇਸਤਰੀ ਦੇ ਮੋਹ ਵਿੱਚ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਵਿਸਾਰੀ ਭੁਲਾ ਦਿੱਤਾ ਹੈ। ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ। ਇਸ ਪ੍ਰਕਾਰ ਸੰਸਾਰ ਦੇ ਜੀਵਾਂ ਨੇ ਬਿਰਥਾ ਵਿਅਰਥ ਹੀ ਜਨਮ ਗਵਾ ਲਿਆ ਹੈ ਤੇ ਮਨੁੱਖਾ ਜਨਮ ਰੂਪੀ ਬਾਜੀ ਖੇਡ ਵਿਸ਼ਿਆਂ ਦੇ ਦਾਅ ਵਿੱਚ ਹਾਰ ਦਿੱਤੀ ਹੈ। ਜੋ ਸਤਿਗੁਰ ਸੱਚੇ ਗੁਰਾਂ ਦੀ ਸੇਵਾ ਟਹਿਲ ਕਰਦੇ ਹਨ, ਉਹਨਾਂ ਦੀ ਕਰਨੀ ਕਮਾਈ ਸ੍ਰੇਸ਼ਟ ਸਾਰੀ ਕੀਏ ਸ੍ਰੇਸ਼ਟ ਹੈ। ਫਿਰ ਪ੍ਰਸ਼ਨ ਕਰਦੇ ਹਨ, ਹੇ ਮਹਾਰਾਜ, ਜੋ ਸੰਤ ਭਗਤ ਹਨ ਕੀ ਉਹ ਵੀ ਹਉਮੈ ਦੇ ਸਹਿਤ ਹੁੰਦੇ ਆ? ਤਾਂ ਗੁਰੂ ਜੀ ਫਰਮਾਉਂਦੇ ਆ, ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨ ਲਾਏ। ਉਹ ਸੰਤ ਜਨ ਭਾਵੇਂ ਬਾਹਰੋਂ ਸਰੀਰ ਕਰਕੇ ਤਾਂ ਭਾਵੇਂ ਹਉਮੈ ਹੰਗਤਾ ਮਮਤਾ ਦੇ ਸਹਿਤ ਬਚਨਾਂ ਨੂੰ ਕਹਾਏ ਕਹਿੰਦੇ ਕਹਾਉਂਦੇ ਜਾਪਦੇ ਹੋਣ ਕਿ ਮੈਂ ਸੇਵਕ ਨੇ ਆਹ ਕੰਮ ਕੀਤਾ ਆਦਿ, ਪਰੰਤੂ ਅੰਦਰੋਂ ਹਿਰਦੇ ਕਰਕੇ ਹਉਮੈ ਵੱਲੋਂ ਮੁਕਤ ਛੁੱਟੇ ਹੋਏ ਹੁੰਦੇ ਆ। ਭਾਵ ਉਹਨਾਂ ਨੂੰ ਹੰਗਤਾ ਮਮਤਾ ਪਾਪਾਂ ਪੁੰਨਾਂ ਦੀ ਲਿਪਾਏ ਮਾਨਤਾ ਕਦਾਚਿਤ ਵੀ ਨਹੀਂ ਲੱਗਦੀ। ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ। ਉਹਨਾਂ ਸੰਤ ਜਨਾਂ ਨੇ ਮਾਇਆ ਦੇ ਮੋਹ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜਲਾਏ ਸਾੜ ਦਿੱਤਾ ਹੈ, ਕਿਉਂਕਿ ਉਹ ਨਿਰਮਲ ਉਜਲ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਹਿਰਦੇ ਮਨ ਵਿੱਚ ਧਿਆਉਂਦੇ ਹਨ। ਧਾਵਤ ਰਾਖੈ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ। ਸੋ ਵਾਸ਼ਨਾ ਵਿੱਚ ਦੌੜਦੇ ਹੋਏ ਮਨ ਨੂੰ ਵੀ ਵਸ ਵਿੱਚ ਰੱਖਦੇ ਹਨ ਅਤੇ ਉਹਨਾਂ ਨੇ ਇੰਦਰੀਆਂ ਨੂੰ ਵੀ ਵਿਸ਼ਿਆਂ ਵੱਲੋਂ ਠਾਕ ਰੋਕ ਕੇ ਰਹਾਏ ਰੱਖਿਆ ਹੈ। ਇਹੋ ਜਿਹੇ ਪੂਰਨ ਸਿੱਖ ਗੁਰਸਿੱਖਾਂ ਦੀ ਸੰਗਤ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਨਾਲ ਹੀ ਪ੍ਰਭੂ ਮਿਲਾਉਂਦਾ ਹੈ। ਪਰਮੇਸ਼ਰ ਦੀ ਕਰਮ ਬਖਸ਼ਿਸ਼ ਦੇ ਸਦਕਾ ਹੀ ਮਿਲਿਆ ਜਾਂਦਾ ਹੈ। ਗੁਰ ਬਿਨ ਭੂਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ। ਸਤਿਗੁਰੂ ਸਾਹਿਬ ਜੀ ਤੋਂ ਬਗੈਰ ਭੁੱਲੇ ਹੋਏ ਜੀਵ ਆਵੈ ਜਾਏ ਆਉਂਦੇ ਜਾਂਦੇ ਭਾਵ ਜੰਮਦੇ ਮਰਦੇ ਹੀ ਰਹਿੰਦੇ ਆ। ਜੇਕਰ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਕਰ ਦੇਵੇ ਤਾਂ ਸਤਿਗੁਰਾਂ ਦੇ ਸੰਜੋਗ ਮਿਲਾਪ ਵਿੱਚ ਮਿਲਾ ਦਿੰਦਾ ਹੈ। ਰੂੜੋ ਕਹੋ ਨ ਕਹਿਆ ਜਾਈ, ਅਕਥ ਕਥੋ ਨਹਿ ਕੀਮਤ ਪਾਈ। ਹੇ ਜੋਗੀ, ਉਹ ਰੂੜੋ ਸੁੰਦਰ ਪਰਮੇਸ਼ਰ ਕਿਹੋ ਜਿਹਾ ਹੈ, ਜੇਕਰ ਸ਼ਕਤੀ ਬਿਰਤੀ ਕਰਕੇ ਕਹਿਣਾ ਕਰੀਏ ਤਾਂ ਕਿਹਾ ਨਹੀਂ ਜਾਂਦਾ। ਜੇਕਰ ਅਕਥ ਕਥਨ ਤੋਂ ਰਹਿਤ ਪ੍ਰਭੂ ਨੂੰ ਸ਼ਕਤੀ ਬਿਰਤੀ ਦੁਆਰਾ ਕਥਨ ਕਰੀਏ ਤਾਂ ਉਸ ਦੀ ਕੀਮਤ ਨਹੀਂ ਪਾਈ ਜਾਂਦੀ। ਸਭ ਦੁੱਖ ਤੇਰੇ ਸੂਖ ਰਜਾਈ, ਸਭ ਦੁੱਖ ਮੇਟੇ ਸਾਚੈ ਨਾਈ। ਹੇ ਜੋਗੀ, ਤੇਰੇ ਸਾਰੇ ਦੁੱਖ ਕਸ਼ਟ ਅਤੇ ਸੁੱਖ ਉਸ ਪ੍ਰਭੂ ਦੀ ਰਜਾਈ ਆਗਿਆ ਵਿੱਚ ਹੀ ਹਨ। ਅਸਾਂ ਨੇ ਸੱਚੇ ਪ੍ਰਭੂ ਦੇ ਨਾਈ ਨਾਮ ਨੂੰ ਜਪ ਕੇ ਸਾਰੇ ਦੁੱਖ ਕਸ਼ਟ ਮੇਟ ਲਏ ਹਨ। ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁੱਝੈ ਤਾ ਸੱਚ ਨਿਹਾਲਾ। ਹੇ ਜੋਗੀ, ਜਿਹਾ ਜੋ ਕਮਾਉਣਾ ਕਰ, ਜੋ ਹੱਥਾਂ ਤੋਂ ਬਗੈਰ ਹੀ ਸਾਜ਼ ਵਜਾਉਣਾ ਅਤੇ ਪੱਗ ਪੈਰਾਂ ਤੋਂ ਬਗੈਰ ਹੀ ਤਾਲਾ ਤਾਲ ਪੂਰਨਾ ਕਰ। ਅਰਥਾਤ ਮਨ ਦੇ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਤੋਂ ਬਗੈਰ ਨਾਮ ਰੂਪੀ ਵਾਜਾ ਵਜਾਵੇ ਅਤੇ ਸਕਾਮ ਕਰਮਾਂ ਰੂਪੀ ਪੈਰਾਂ ਤੋਂ ਬਗੈਰ ਨਿਸ਼ਕਾਮ ਕਰਨ ਰੂਪੀ ਤਾਲ ਪੂਰਨਾ ਕਰੇ। ਸੋ ਬਾਹਰ ਅਸਥੂਲ ਹੱਥਾਂ ਤੋਂ ਬਿਨਾਂ ਪ੍ਰੇਮ ਰੂਪੀ ਹੱਥਾਂ ਨਾਲ ਜਸ ਰੂਪ ਵਾਜੇ ਵਜਾਵੇ ਅਤੇ ਪ੍ਰਤੱਖ ਬਾਹਰਲੇ ਪੈਰਾਂ ਤੋਂ ਬਿਨਾਂ
ਮਨ ਤੇ ਬੁੱਧ ਰੂਪੀ ਪੈਰਾਂ ਨਾਲ ਮਹਾਂਵਾਕਾਂ ਰੂਪੀ ਤਾਲ ਦਾ ਪੂਰਨਾ ਕਰੇ। ਇਉਂ ਜੇਕਰ ਗੁਰਾਂ ਦੇ ਉਪਦੇਸ਼ ਨੂੰ ਬੁੱਝ ਲਵੇ ਤਾਂ ਸਤ ਪ੍ਰਭੂ ਨੂੰ ਦੇਖ ਕੇ ਨਿਹਾਲਾ ਆਨੰਦ ਪ੍ਰਸੰਨ ਹੋ ਜਾਵੇਗਾ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ। ਜੇਕਰ ਅੰਦਰ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸ ਜਾਵੇ ਤਾਂ ਸਾਰੇ ਸੁੱਖਾਂ ਦਾ ਨਾਲਾ ਪ੍ਰਵਾਹ ਹੀ ਚੱਲ ਪੈਂਦਾ ਹੈ। ਸੁਖਨ ਆਲਾ, ਸਾਰੇ ਸੁੱਖਾਂ ਦਾ ਆਲਾ ਘਰ ਬਣ ਜਾਂਦਾ ਹੈ। ਸੋ ਜਿਨ੍ਹਾਂ ਉੱਪਰ ਪ੍ਰਭੂ ਮਿਹਰ ਦੀ ਨਦਰ ਦ੍ਰਿਸ਼ਟੀ ਕਰਦਾ, ਉਹਨਾਂ ਨੂੰ ਰੱਖਿਆ ਕਰਨ ਵਾਲਾ ਹੋ ਕੇ ਆਪ ਵਿਕਾਰਾਂ ਆਦਿ ਤੋਂ ਰੱਖ ਲੈਂਦਾ। ਤ੍ਰਿਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ। ਜੇਕਰ ਆਪਾ ਭਾਵ ਹੰਕਾਰ ਗਵਾ ਲਈਏ ਤਾਂ ਤ੍ਰਿਭਵਨ ਤਿੰਨਾਂ ਲੋਕਾਂ ਦੀ ਸੂਝ ਗਿਆਤ ਹੋ ਆਉਂਦੀ ਹੈ। ਜੇਕਰ ਗੁਰਾਂ ਦੀ ਉਪਦੇਸ਼ ਰੂਪੀ ਬਾਣੀ ਦੁਆਰਾ ਬੁੱਝਣਾ ਕਰੀਏ ਤਾਂ ਸਤ ਸਰੂਪ ਵਿੱਚ ਸਮਾ ਜਾਈਦਾ ਹੈ। ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧਨ ਸਵਾਰਨ ਹਾਰਾ। ਜੋ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਹਨ ਅਤੇ ਇੱਕ ਰਸ ਤੇਲ ਧਾਰਾ ਵਾਂਗ ਲਗਾਤਾਰ ਅਖੰਡ ਲਿਵ ਬਿਰਤੀ ਜੋੜ ਕੇ ਰਹਿੰਦੇ ਹਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਸਵਾਰਨ ਵਾਲੇ ਮਾਤਾ ਪਿਤਾ ਧਨਤਾ ਦੇ ਯੋਗ ਹਨ। ਉਹ ਪੁਰਖ ਧਨਤਾ ਯੋਗ ਹਨ ਜੋ ਆਪਣੇ ਮਨ ਨੂੰ ਸਵਾਰਨ ਵਾਲੇ ਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।